ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਅਸੀਂ ਕਰਾਂਗੇ ਟੌਨਿਕ ਦੀ, ਬੂਸਟਰ ਡੋਜ਼ ਦੀ। ਇਹ ਸਵਾਲ ਔਰ ਇਹ ਜ਼ਿਕਰ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ 2022 ਦੀਆਂ ਚੋਣਾਂ ਤੋਂ ਬਾਅਦ 2024 ਦੇ ਵਿੱਚ ਵਧੀਆ ਪਰਫਾਰਮੈਂਸ ਦੀ ਉਮੀਦ ਲਗਾ ਕੇ ਬੈਠੀ ਹੈ। ਸਿਰਫ ਕਾਂਗਰਸ ਦੇ ਵੱਡੇ ਆਗੂ ਨਹੀਂ ਬਲਕਿ ਜਿਹੜੇ ਵਰਕਰ ਨੇ, ਕਾਡਰ ਨੇ, ਉਹ ਵੀ। ਪਰ ਇਸ ਸਭ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਆਗੂਆਂ ਦੇ ਵਿਚਾਲੇ ਜੋ ਇੱਕ ਕਲੇਸ਼ ਚੱਲ ਰਿਹਾ ਹੈ ਜਾਂ ਖਾਨਾ ਜੰਗੀ ਹੈ ਜਾਂ ਧੜੇਬੰਦੀ ਹੈ, ਉਸਨੇ ਚਿੰਤਾ ਹਾਈ ਕਮਾਨ ਤੋਂ ਲੈ ਕੇ ਜਿਹੜੇ ਬਲਾਕ ਲੈਵਲ ਦੇ ਉਹਨਾਂ ਦੇ ਵਰਕਰ ਨੇ ਉਹਨਾਂ ਦੀ ਵੀ ਵਧਾ ਦਿੱਤੀ। ਮੈਂ ਗੱਲ ਟੌਨਿਕ ਦੀ ਕੀਤੀ ਜਾਂ ਫਿਰ ਬੂਸਟਰ ਡੋਜ਼ ਦੀ ਕੀਤੀ, ਉਹ ਇਸ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਜੋ ਮੰਥਨ ਹੈ, ਜੋ ਹਾਈ ਕਮਾਨ ਦੇ ਕੋਲ ਪਹੁੰਚੇ ਵੱਡੇ ਆਗੂ, ਜਿਨ੍ਹਾਂ ਦੇ ਵਿੱਚ ਰਾਜਾ ਵੜਿੰਗ ਨੇ, ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਦੇ ਵਿੱਚ ਪ੍ਰਤਾਪ ਬਾਜਵਾ ਨੇ, ਜਿਹੜੇ ਪੰਜਾਬ ਕਾਂਗਰਸ ਦੇ ਕਦਾਵਰ ਆਗੂ ਨੇ, ਉਹ ਪਹੁੰਚੇ ਤਾਂ ਕਿ ਉੱਥੋਂ ਕੋਈ ਅਜਿਹਾ ਟੌਨਿਕ ਮਿਲੇਗਾ ਜਿਸ ਦੇ ਨਾਲ ਇਹ ਧੜੇਬੰਦੀ ਖਤਮ ਹੋ ਜਾਵੇ। ਖੈਰ, ਕਾਂਗਰਸ ਦੇ ਅੰਦਰ ਧੜੇਬੰਦੀ ਕੋਈ ਨਵੀਂ ਗੱਲ ਤਾਂ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸ ਤਰੀਕੇ ਦੀ ਸਥਿਤੀ ਬਣਦੀ ਰਹੀ ਹੈ। ਪਰ ਇੰਪੋਰਟੈਂਟ ਕਿਉਂ ਹੈ? ਉਹ ਇਸ ਕਰਕੇ ਹੈ ਕਿਉਂਕਿ 2024 ਦੇ ਇਲੈਕਸ਼ਨ ਤੋਂ ਪਹਿਲਾਂ ਇਹ ਆਮੋ ਸਾਹਮਣੇ ਆਗੂ ਨਜ਼ਰ ਆ ਰਹੇ ਨੇ। ਇਸ ਵਾਰ ਸਥਿਤੀ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇਕੱਲੇ ਪੈਂਦੇ ਦਿਖੇ ਨੇ, ਜਦਕਿ ਦੂਜੇ ਪਾਸੇ ਅਨੁਸ਼ਾਸਨ ਦੇ ਮੁੱਦੇ ਉੱਤੇ ਬਿਆਨਬਾਜ਼ੀ ਤਾਂ ਖੂਬ ਹੋ ਰਹੀ ਹੈ, ਪਰ ਇੱਕ ਧੜਾ ਇਕੱਠਾ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਕਾਂਗਰਸ ਦੇ ਬਾਕੀ ਲੀਡਰ ਨੇ। ਤਾਂ ਕਿ ਨਵਜੋਤ ਸਿੰਘ ਸਿੱਧੂ ਇਕੱਲੇ ਪੈ ਜਾਣਗੇ? ਨਵਜੋਤ ਸਿੰਘ ਸਿੱਧੂ ਦੀ ਪਿੱਠ ਦੇ ਉੱਤੇ, ਮੋਢੇ ਦੇ ਉੱਤੇ ਕਿ ਹਾਈ ਕਮਾਨ ਦਾ ਕੋਈ ਅਜਿਹਾ ਹੱਥ ਹੈ ਜਾਂ ਹਾਈ ਕਮਾਨ ਦੀ ਥਾਪੜੀ ਹੈ ਕਿ ਨਵਜੋਤ ਸਿੰਘ ਸਿੱਧੂ ਤਲਖ ਟਿੱਪਣੀਆਂ ਕਰਦੇ ਚਲੇ ਗਏ ਜਾਂ ਕਰ ਰਹੇ ਨੇ? ਦੂਜੇ ਪਾਸੇ ਕਿ ਹਾਈ ਕਮਾਨ ਦੇ ਵੱਲੋਂ ਕੋਈ ਝੰਡੀ ਮਿਲੀ ਹੈ, ਖਾਸ ਤੌਰ ਤੇ ਅਨੁਸ਼ਾਸਨਹੀਣਤਾ ਦੇ ਮੁੱਦੇ ਦੇ ਉੱਤੇ। ਅੱਜ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਦਿੱਲੀ ਵਾਲੀ ਮੀਟਿੰਗ ਜਾਂ ਮੰਥਨ ਦੇ ਵਿੱਚੋਂ ਆਖਿਰ ਨਿਕਲਦਾ ਕੀ ਹੈ। ਖੈਰ, ਇੱਕ ਚੀਜ਼ ਕਲੀਅਰ ਹੈ ਕਿ ਜਦੋਂ ਕਲੇਸ਼ ਹੋਵੇ ਘਰ ਦੇ ਵਿੱਚ ਤਾਂ ਫਿਰ ਤਰੱਕੀ ਦੀ ਰਾਹ ਤਾਂ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਉਹੀ ਕਾਂਗਰਸ ਦੇ ਨਾਲ ਹੁੰਦਾ ਹੋਇਆ ਹੁਣ ਤੱਕ ਨਜ਼ਰ ਆਇਆ 2021 ਤੋਂ ਲੈ ਕੇ 2023 ਤੱਕ। ਹੁਣ 24 ਦੇ ਨਤੀਜੇ ਕੀ ਹੁੰਦੇ ਨੇ ਉਹ ਸਮਾਂ ਦੱਸੇਗਾ। ਇੱਕ ਤਾਂ ਪੁਆਇੰਟ ਇਹ ਹੈ ਕਿ ਜੋ ਪੰਜਾਬ ਦੇ ਵਿੱਚ ਕਾਂਗਰਸ ਦੇ ਅੰਦਰ ਕਲੇਸ਼ ਨਜ਼ਰ ਆਉਂਦਾ, ਜੋ ਧੜੇਬੰਦੀ ਨਜ਼ਰ ਆਉਂਦੀ ਹੈ। ਦੂਜਾ ਪੁਆਇੰਟ ਇਸ ਸਮੇਂ ਇਹ ਵੀ ਹੈ ਗੜਜੋੜ ਨੂੰ ਲੈ ਕੇ ਕਿ ਬੀਜੇਪੀ ਤੇ ਅਕਾਲੀ ਦਲ ਦੇ ਗੜਜੋੜ ਦੀਆਂ ਚਰਚਾਵਾਂ ਦੇ ਵਿਚਾਲੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਸੀਟ ਸ਼ੇਅਰਿੰਗ ਦੇ ਫਾਰਮੂਲੇ ਦੇ ਉੱਤੇ ਇਲੈਕਸ਼ਨ ਲੜ ਸਕਣਗੇ ਪੰਜਾਬ ਦੇ ਵਿੱਚ। ਅੱਜ ਚਰਚਾ ਇਸ ਪੂਰੇ ਮੁੱਦੇ ਉੱਤੇ ਕਰਨ ਦੀ ਕੋਸ਼ਿਸ਼ ਕਰਾਂਗੇ। ਤਸਵੀਰਾਂ ਅਸੀਂ ਤੁਹਾਨੂੰ ਕੁਝ ਦਿਖਾ ਰਹੇ ਹਾਂ, ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਜੋ ਮੰਥਨ ਉੱਥੇ ਹੋਇਆ ਉਸ ਦੀਆਂ ਤਸਵੀਰਾਂ ਦਿੱਲੀ ਵਾਲੇ ਦੀਆਂ। ਪਰ ਇਸ ਸਭ ਦੇ ਵਿਚਾਲੇ ਆਖਿਰ ਕੀ ਕੁਝ ਹੁੰਦਾ ਹੈ ਇਸ ਮੰਥਨ ਦੇ ਵਿੱਚ, ਉਸ ਤੇ ਸਾਡੀ ਨਜ਼ਰ ਹੋਏਗੀ। ਅੱਜ ਅਸੀਂ ਗੱਲਬਾਤ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਕਲੇਸ਼ ਹੈ ਕਾਂਗਰਸ ਦੇ ਅੰਦਰ ਤੇ ਦਿੱਲੀ 'ਚ ਹੈ ਮੰਥਨ। ਸ਼ੁਰੂਆਤ ਕਰਦੇ ਹਾਂ ਇੱਕ ਵੱਡੀ ਖਬਰ ਦੇ ਨਾਲ। ਹਾਈ ਕਮਾਨ ਦੇ ਨਾਲ ਪੰਜਾਬ ਕਾਂਗਰਸ ਦੀ ਬੈਠਕ, ਜੀ ਹਾਂ ਵੱਡੀ ਬੈਠਕ ਜਾਂ ਕਹੀਏ ਕਿ ਮੈਰਾਥਨ ਮੰਥਨ। ਦਿੱਲੀ ਦੇ ਵਿੱਚ ਰਾਹੁਲ ਗਾਂਧੀ ਤੇ ਖੜਗੇ ਦੇ ਨਾਲ ਮੀਟਿੰਗ ਔਰ ਬਾਜਵਾ, ਸਿੱਧੂ ਤੇ ਵੜਿੰਗ ਸਣੇ ਸੀਨੀਅਰ ਲੀਡਰ ਵੀ ਇਸ ਬੈਠਕ ਦੇ ਵਿੱਚ ਮੌਜੂਦ ਨੇ। ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਦੇਵੇਂਦਰ ਯਾਦਵ ਵੀ ਇੱਥੇ ਪਹੁੰਚੇ ਹੋਏ ਨੇ, ਮੀਟਿੰਗ ਦੇ ਵਿੱਚ ਮੌਜੂਦ ਨੇ। ਲੋਕ ਸਭਾ ਚੋਣਾਂ, ਅਨੁਸ਼ਾਸਨ ਤੇ ਗੜਜੋੜ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਦੀ ਕਿਆਸ ਲਗਾਏ ਜਾ ਰਹੇ ਨੇ। ਮੀਟਿੰਗ ਤੋਂ ਪਹਿਲਾਂ ਵੜਿੰਗ ਨੇ ਸਪਸ਼ਟ ਸੁਨੇਹਾ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਜਿਸਨੇ ਵੜਿੰਗ ਨੇ ਕਿਹਾ ਕਿ ਜਿਸਨੇ ਵੀ ਕੋਈ ਗੱਲ ਰੱਖਣੀ ਆ ਪਾਰਟੀ ਪਲੇਟਫਾਰਮ ਦੇ ਉੱਤੇ ਰੱਖੇ, ਪਲੇਟਫਾਰਮ ਤੋਂ ਬਾਹਰ ਟੀਕਾ ਟਿੱਪਣੀ ਤੇ ਐਕਸ਼ਨ ਹੋਵੇਗਾ, 100% ਐਕਸ਼ਨ ਹੋਵੇਗਾ। ਤਾਂ ਤੁਹਾਨੂੰ ਸੁਣਵਾ ਦਿੰਦੇ ਹਾਂ ਦੋ ਚਾਰ ਬਿਆਨ ਜਿਹੜੇ ਆਏ ਨੇ ਵੱਖ-ਵੱਖ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਦੇ, ਇਸ ਦੇ ਉੱਤੇ ਫਿਰ ਗੱਲਬਾਤ ਕਰਾਂਗੇ। आपकी कलेश बिल्कुल नहीं हैगा, बिल्कुल कलेश नहीं है। मैं कहना कि थोड़े मोटा कदे कदे किसी का कोई बयान आ जाता है, किरपा करके मैं खरगे साहब नूं कोट करदियां होया गल कही है कि कोई बंदा अपने मन दे विचार नहीं दस सकता कांग्रेस से रहिंदे। अगर ये नहीं है कि वो कहे कि ये मैं इहो जिहा समझदा है। जिन्हें भी गल करनी है वो पार्टी प्लेटफॉर्म ते आके गल करे, और अगर कोई इस तरह की टिप्पा टिप्पणी हमें लगता है हमें सुना जाएगा, हमसे बातचीत की जाएगी। आज तक 25 साल के राजनीतिक कैरियर में कभी भी कोई ऐसा आदेश थोपा नहीं गया हमारे ऊपर, हमेशा सुना गया है और उसके मुताबिक फैसला लिया गया है। तो अंतिम फैसला निर्णय खरगे साहब और राहुल गांधी जी का होगा, जो कहेंगे हम मानेंगे। लेकिन अभी तक अलायंस के ऊपर हमारे साथ कोई बातचीत नहीं हुई। हमें यह कहा गया है कि 13 की 13 सीटों पर तैयारी कीजिए और 13 की 13 सीटों पर किस प्रकार से जीतना है उसके ऊपर काम कीजिए।
आई होप सो, क्योंकि एक अलायंस सिर्फ ये नहीं है कि एक सरकार बनाने के लिए अलायंस कर रहे हैं या किसी एक स्टेट में कर रहे हैं। ये अलायंस के बारे में जो सोचा है, इंडिया बनाया है, वो इन द इंटरेस्ट ऑफ नेशन, क्योंकि जो प्रेजेंट मौजूदा सरकार है बीजेपी की, वो पूरे देश के लोगों के लिए जैसे कहते हैं उनके खिलाफ चल रही है हर एंगल पे, तो लूटना और पीटना। इसलिए उसको रोकने के लिए एक अलायंस बना नेशनल पद्धर पे, लेकिन उसकी किस तरीके से कैसे कैसे क्या होना चाहिए, देयर आर सो मेनी डिफरेंसेस इन द स्टेट। सो इन दैट लाइट वी विल सी कि हाउ इट्स पॉसिबल। सो इसके बारे में विचार करते हैं, देखते हैं क्या इसमें निकलता है, रिजल्ट निकल के सामने। जी ने कहा कि हमारी तमाम अपने जो नेता हैं स्टेट के, उनसे बातचीत हुई है कई बार, मगर स्टेट लेवल पर कोई तैयार नहीं है गठबंधन को, इसके इम्पैक्ट अलग हो सकते हैं। नहीं, मैं यही कहती हूँ, ये सब बातें हम रखेंगे अंदर कि हमें फायदा है, नुकसान है, या पार्टी जो इंडिया बना अलायंस उसको कितना फायदा कैसे है, अगर करते हैं नहीं करते हैं, और विच टर्म्स वी आर डूइंग दिस। सो ये सब बातें हमें सोच करके कि किन किन बातों पे, मैं तो फर्स्ट मीटिंग अटेंड कर रही हूँ, इसमें हमने देखना है कि क्या एजेंडा क्या है, रखा क्या है, प्रपोजल क्या है। सो अकॉर्डिंग टू दैट प्रपोजल वी विल थिंक इन द ट्रस्ट ऑफ द पंजाब। देखो, ऐसा है कि थोड़े बहुत तो मनमुटाव चलते रहते हैं। अगर कोई इस तरीके से पार्टी को नुकसान पहुंचाने की कोशिश कर रहा है, अगर कोई बड़ा अनुशासन तोड़ने की कोशिश कर रहा है, तो वो हमें बर्दाश्त नहीं। तो इसलिए हम पार्टी के सामने, पार्टी हाईकमान के सामने ये मांग भी रखेंगे कि चाहे कोई बड़ा नेता हो, चाहे कोई छोटा नेता हो, अनुशासनिक कार्रवाई। ਤਾਂ ਇਹ ਬਿਆਨ ਅਸੀਂ ਤੁਹਾਨੂੰ ਸੁਣਵਾਏ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਤੱਕ ਸਟੇਟਮੈਂਟਸ ਆਈਆਂ ਨੇ ਦੋਵੇਂ ਇਸ਼ੂਜ਼ ਦੇ ਉੱਤੇ। ਉਹ ਚਾਹੇ ਅਸੀਂ ਜ਼ਿਕਰ ਕਰ ਲਈਏ ਇੱਕ ਪਾਸੇ ਕਾਂਗਰਸ ਦੇ ਅੰਦਰ, ਪੰਜਾਬ ਕਾਂਗਰਸ ਦੇ ਅੰਦਰ ਕਲੇਸ਼ ਦਾ, ਜਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨਾਲ ਸੀਟ ਸ਼ੇਅਰਿੰਗ ਦੇ ਮੁੱਦੇ ਦਾ। ਤੁਸੀਂ ਚਾਰ ਤਸਵੀਰਾਂ ਸਾਡੇ ਪਿੱਛੇ ਦੇਖ ਰਹੇ ਹੋ, ਮੇਰੇ ਪਿੱਛੇ ਦੇਖ ਰਹੇ ਹੋ। ਇਹਨਾਂ ਦੇ ਵਿੱਚ ਚਾਰੇ ਤਸਵੀਰਾਂ 'ਚ ਇੱਕ ਕਾਂਗਰਸ ਦੇ ਚਾਰ ਵੱਡੇ ਚਿਹਰੇ ਨੇ, ਜਿਨ੍ਹਾਂ ਦੇ ਉੱਤੇ ਜਾਂ ਜਿਨ੍ਹਾਂ ਦੇ ਆਲੇ ਦੁਆਲੇ ਇਸ ਸਮੇਂ ਪੰਜਾਬ ਕਾਂਗਰਸ ਦੀ ਪੂਰੀ ਸਿਆਸਤ ਘੁੰਮਦੀ ਹੋਈ ਨਜ਼ਰ ਆਉਂਦੀ ਹੈ। ਉਹਨਾਂ ਦੇ ਵਿੱਚ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ, ਇਹ ਵੱਡੇ ਚਿਹਰੇ ਪੰਜਾਬ ਕਾਂਗਰਸ ਦੇ ਹੈਗੇ ਨੇ। ਇਹਨਾਂ ਚਿਹਰਿਆਂ ਦੇ ਆਲੇ ਦੁਆਲੇ ਪੂਰੀ ਸਿਆਸਤ ਘੁੰਮਦੀ ਹੈ। ਪਰ ਜੇਕਰ ਇਹ ਚਾਰਾਂ ਦੇ ਵਿਚਾਲੇ ਚਾਰੋਂ ਸੁਰ ਵੱਖੋ ਵੱਖਰੇ ਦਿਖਾਣ ਜਾਂ ਫਿਰ ਹੋਣ, ਤਾਂ ਫਿਰ ਪਾਰਟੀ ਦੇ ਲਈ ਦਿੱਕਤ ਤਾਂ ਹੋ ਜਾਏਗੀ। ਹੁਣ ਗੱਲ ਇਹ ਹੈ ਕਿ ਜੋ ਅਖਾੜੇ ਵਾਲੀ ਸਟੇਟਮੈਂਟ ਹੈ ਜੋ ਦਿੱਤੀ ਗਈ ਪ੍ਰਤਾਪ ਬਾਜਵਾ ਦੇ ਵੱਲੋਂ ਕਿ ਸਿੱਧੂ ਆਪਣਾ ਵੱਖਰਾ ਹੀ ਅਖਾੜਾ ਲਗਾ ਲੈਂਦੇ ਨੇ, ਜਾਂ ਫਿਰ ਜੋ ਸਿੱਧੂ ਬਿਆਨ ਦਿੰਦੇ ਨੇ ਜਾਂ ਵੱਖ ਰੈਲੀ ਕਰ ਲੈਂਦੇ ਨੇ ਬਠਿੰਡਾ ਦੇ ਮਹਾਰਾਜ ਦੇ ਵਿੱਚ, ਜਾਂ ਉਸ ਤੋਂ ਬਾਅਦ ਰਾਜਾ ਵੜਿੰਗ ਦੇ ਅਨੁਸ਼ਾਸਨ ਵਾਲੇ ਪੂਰੇ ਬਿਆਨ ਨੂੰ ਦੇਖੀਏ ਤਾਂ ਵੱਖੋ ਵੱਖਰੇ ਸੁਰ ਸਾਫ਼ ਤੌਰ ਤੇ ਨਜ਼ਰ ਆਉਂਦੇ ਨੇ। ਔਰ ਇੱਕ ਹੋਰ ਚਿਹਰਾ ਤੁਸੀਂ ਦੇਖ ਰਹੇ ਹੋ ਚਰਨਜੀਤ ਸਿੰਘ ਚੰਨੀ ਦਾ। ਇਹ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਇਹ ਸਭ ਸਿਆਸਤ ਦੇ ਵਿਚਾਲੇ ਚੰਨੀ ਦੀਆਂ ਕੋਈ ਤਲਖ ਟਿੱਪਣੀਆਂ ਬਹੁਤ ਸਾਰੀਆਂ ਸਾਹਮਣੇ ਆਈਆਂ ਹੋਣ ਜਾਂ ਕੋਈ ਆਈ ਹੋਵੇ, ਫਿਲਹਾਲ ਉਸ ਤਰੀਕੇ ਨਾਲ ਨਜ਼ਰ ਨਹੀਂ ਆਇਆ। ਹੁਣ ਪੁਆਇੰਟ ਇਹ ਵੀ ਹੈ ਕਿ ਇਹ ਇਕੱਠੇ ਹੋ ਕੇ 2024 ਦੇ ਇਲੈਕਸ਼ਨ ਦੇ ਵਿੱਚ ਇੱਕ ਸੁਰ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਹੁੰਚ ਸਕਣਗੇ, ਇਹ ਬਹੁਤ ਵੱਡਾ ਸਵਾਲ ਹੈ। ਆਮ ਤੌਰ ਤੇ ਜਿਹੜੀਆਂ ਪਾਰਟੀਆਂ ਬਹੁਤ ਇਕਜੁੱਟ ਹੁੰਦੀਆਂ ਨੇ ਤਾਂ ਉਹੀ ਇਲੈਕਸ਼ਨ ਮੋਡ ਦੇ ਵਿੱਚ ਜਾ ਕੇ ਆਪਣੇ ਵਰਕਰਾਂ ਨੂੰ ਇਕੱਠਾ ਕਰਨ ਦੇ ਵਿੱਚ ਕਾਮਯਾਬ ਰਹਿੰਦੀਆਂ ਨੇ। 2022 ਦੇ ਇਲੈਕਸ਼ਨ ਦੇ ਵਿੱਚ ਰਾਜਾ ਵੜਿੰਗ ਜਾਂ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਮੈਂ ਯਾਦ ਕਰਾਂ ਤਾਂ ਉਹ ਖੁਦ ਇਹ ਕਹਿੰਦੇ ਹੋਏ ਨਜ਼ਰ ਆਏ, ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਸਿੱਧੂ ਦੀ ਪ੍ਰਧਾਨਗੀ 'ਚ 78 ਤੋਂ 18 ਸੀਟਾਂ ਦੇ ਉੱਤੇ ਪਹੁੰਚ ਗਏ। ਖੈਰ ਬਿਆਨਬਾਜ਼ੀਆਂ ਖੂਬ ਹੁੰਦੀਆਂ ਰਹਿੰਦੀਆਂ ਨੇ, ਇਸ ਦਾ ਇੰਪੈਕਟ ਕਿਸ ਤਰੀਕੇ ਨਾਲ ਹੋਏਗਾ ਅੱਜ ਦੀ ਅਸੀਂ ਇਸ ਚਰਚਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਤੁਹਾਡਾ ਤਾਰੂਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਸਾਡੇ ਨਾਲ ਇਸ ਸਮੇਂ ਜੁੜ ਰਹੇ ਨੇ ਪ੍ਰਮੋਦ ਛਾਬੜਾ ਜੀ, ਸਿਆਸੀ ਮਾਹਰ ਨੇ। ਪ੍ਰਮੋਦ ਜੀ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਸਾਡੇ ਨਾਲ ਮੇਰੇ ਸਹਿਯੋਗੀ ਦਿੱਲੀ ਤੋਂ ਰਵੀ ਮਿਸ਼ਰਾ ਜੁੜ ਰਹੇ ਨੇ, ਆਲ ਇੰਡੀਆ ਕਾਂਗਰਸ ਕਮੇਟੀ ਦਫ਼ਤਰ ਦਿੱਲੀ ਦੇ ਵਿੱਚ ਮੌਜੂਦ ਨੇ। ਆਪਾਂ ਪਹਿਲਾਂ ਰੁਕ ਕਰਦੇ ਹਾਂ ਦਿੱਲੀ ਦਾ ਮਹਾਮੰਥਨ ਦੇ ਉੱਤੇ, ਥੋੜਾ ਜਿਹਾ ਅਪਡੇਟ ਲੈਂਦੇ ਹਾਂ, ਉਸ ਤੋਂ ਬਾਅਦ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਥਿਤੀ ਮੌਜੂਦਾ ਕਿਵੇਂ ਦੀ ਹੈ, ਕਿਵੇਂ ਸਮਝੀ ਜਾਵੇ ਜੋ कांग्रेस के अंदर खास तौर पे पंजाब के नजर आ रही है। पहले मैं रवि का रुख करना है। रवि बताइए क्या कुछ अपडेट आपके पास? बिल्कुल गौरव, शुरुआत करते हैं सीधे आप तस्वीरों से। आपको बता दूं कि कांग्रेस मुख्यालय के ठीक सामने मौजूद हूं। बैठक अभी भी बदस्तूर जारी है और जैसा जानकारी प्राप्त हो रही है कि बैठक थोड़ी लंबी खिंच सकती है। तमाम जो शीर्ष नेतृत्व है उनके साथ ये बैठक होते हुए नजर आ रही है। और पंजाब कांग्रेस की बात करें तो तमाम जो वरिष्ठ नेता है पंजाब कांग्रेस के, वो भी इस बैठक में
अपनी भूमिका निभा रहे हैं। प्रताप सिंह बाजवा की आप बात करें आप प्रदेश अध्यक्ष राजा वड़िंग की, बात करें आप जो एमपीज हैं पंजाब कांग्रेस के, तमाम लोग इस बैठक में हैं। सीनियर नेता में बात करें तो अंबिका सोनी इस बैठक में मौजूद हैं, राजेंद्र कौर भट्टल इस बैठक में मौजूद है, तो तमाम लोग इस बैठक में मौजूद हैं। बात पंजाब की हो रही है, बात पंजाब की राजनीतिक दृष्टिकोण की हो रही है, और जिस तरीके से अलायंस की बातें चल रही हैं, ऐसे में राज्य स्तर पर क्या करना है, क्या निर्णय लेना है, और इस अलायंस से क्या सकारात्मक और नकारात्मक प्रभाव पंजाब के धरातल पर देखने को मिलेंगे, ये महत्वपूर्ण बात इस बैठक में होते हुए नजर आ सकती है। साफ तौर पर प्रदेश अध्यक्ष राजा वड़िंग जब बैठक में पहुंच रहे तो उन्होंने साफ तौर पर मीडिया से बातचीत कही। उन्होंने कहा आला कमान के निर्देश हैं, 13 की 13 सीटों पे मेहनत करो, काम जारी है। फिलहाल अलायंस को लेकर कोई बातचीत नहीं हुई है, मगर आज की बैठक में क्या कुछ रहेगा, क्योंकि अलायंस की बात संभव है, और जिस तरीके से सुर्खियां आ रही हैं कि क्या मतभेद मनमुटाव हो सकते हैं अलायंस को लेकर, तो ये बातें भी यहाँ पर होते हुए नजर आ रही है। इसको लेकर यहाँ बातचीत संभव है। उसके अलावा बात करें तो अनुशासन एक मुद्दा है। जिस तरीके से नवजोत सिंह सिद्धू और प्रताप सिंह बाजवा में मतभेद मनमुटाव हमने देखा, उसको लेकर अनुशासन होना बहुत जरूरी है, और किस तरीके से स्ट्रेटेजी अख्तियार करनी है 2024 के आगामी लोकसभा चुनाव को लेकर, वो भी यहाँ पे होते हुए। ठीक है, मैं रवि आपके पास वापस आऊंगा, आप हमारे साथ बने रहिएगा, और भी अपडेट आपसे लेनी है, और जो लीडर्स हैं अंदर क्या कुछ बातचीत हुई है या हो रही है उसके ऊपर भी आप नजर रखिए। मैं आपके पास वापस आ रहा हूं। मैं रुक करते हैं, प्रमोद छाबड़ा जी साडे नाल जुड़े हुए ने। छाबड़ा साहब देखो, मैं सीधा कांग्रेस तो, क्योंकि चर्चा कांग्रेस को लेके बहुत ਹੁੰਦੀ ਰਹੀ है, और 2022 ਦੇ ਇਲੈਕਸ਼ਨਸ ਵੀ खूब ਹੋਈ ਤੇ ਹੁਣ 24 ਤੋਂ ਪਹਿਲਾਂ ਵੀ ਹੋ ਰਹੀ ਹੈ। ਪੁਆਇੰਟ ਨੰਬਰ 1 ਕਿ ਆਮ ਆਦਮੀ ਪਾਰਟੀ ਦੇ ਨਾਲ ਗੜਜੋੜ ਜਾਂ ਇਕੱਠੇ ਹੋ ਕੇ ਇਲੈਕਸ਼ਨ ਲੜਨ ਤੋਂ ਪਹਿਲਾਂ ਇੱਕ ਕਾਂਗਰਸ ਦੇ ਸਾਹਮਣੇ ਚੁਣੌਤੀ ਹੈ ਕਿ ਪੰਜਾਬ ਕਾਂਗਰਸ ਅੰਦਰੂਨੀ ਤੌਰ ਦੇ ਉੱਤੇ ਪਹਿਲਾਂ ਇਕੱਠੀ ਹੋਵੇ, ਵੱਖੋ ਵੱਖਰੇ ਜਿਹੜੇ ਸੁਰ ਨਜ਼ਰ ਆਉਂਦੇ ਨੇ। ਤੁਸੀਂ ਇਸ ਪੂਰੀ ਚਾਰਾਜੋਈ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ, ਖਾਸ ਤੌਰ ਤੇ ਜਦੋਂ ਕਾਂਗਰਸ ਦੇ ਸਾਹਮਣੇ ਚੁਣੌਤੀ ਇੱਕ ਵਾਰ ਵਾਪਸੀ ਕਰਨ ਦੀ ਹੈ 24 ਦੇ ਇਲੈਕਸ਼ਨ ਦੇ ਵਿੱਚ? ਦੇਖੋ ਜੀ, ਕਾਂਗਰਸ ਹੀ ਇੱਕ ਐਸੀ ਪਾਰਟੀ ਅੱਜ ਦੀ ਡੇਟ ਦੇ ਵਿੱਚ ਨਜ਼ਰ ਆ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਸਕਦੀ ਹੈ, ਔਰ ਇਹ ਹੀ, ਲੇਕਿਨ ਇਹਦੇ ਵਿੱਚ ਸਭ ਤੋਂ ਵੱਡੀ ਦਿੱਕਤ ਉਹੀ ਆ ਰਹੀ ਹੈ ਜਿਹਦੇ ਉੱਪਰ ਆਪਾਂ ਚਰਚਾ ਕਰ ਰਹੇ ਹਾਂ ਕਿ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਤੋੜਫੋੜ ਹੈ ਉਹ ਹਮੇਸ਼ਾ ਤੋਂ ਹੀ ਨੁਕਸਾਨਦਾਇਕ ਰਹੀ ਹੈ। ਸਿੱਧੂ ਸਾਹਿਬ ਖੁਦ ਕਿਹਾ ਕਰਦੇ ਸੀ ਕਿ ਕਾਂਗਰਸ ਨੂੰ ਹਰਾਉਣ ਵਾਲਾ ਕੋਈ ਹੋਰ ਨਹੀਂ ਹੈ, ਕਾਂਗਰਸ ਨੂੰ ਖੁਦ ਕਾਂਗਰਸ ਹੀ ਹਰਾਉਂਦੀ ਹੈ। ਸੁਨੀਲ ਜਾਖੜ ਪ੍ਰਧਾਨ ਹੋਇਆ ਕਰਦੇ ਸੀ, ਉਹ ਕਿਹਾ ਕਰਦੇ ਸੀ, ਉਹਨਾਂ ਦਾ ਡਾਇਲੋਗ ਮੈਨੂੰ ਯਾਦ ਹੈ, ਸ਼ੋਲੇ ਫਿਲਮ ਦਾ ਡਾਇਲੋਗ ਕੋਡ ਕਰਦੇ ਸੀ ਉਹ कि गब्बर के ताप से तुम्हें एक ही आदमी बचा सकता है, खुद गब्बर। तो ये ਜਿਹੜੀਆਂ ਚੀਜ਼ਾਂ ਨੇ ਨਾ ਜੀ, ਔਰ ਉਹ ਚੀਜ਼ਾਂ ਜਿਹੜੀਆਂ ਨੇ ਆਪਣੇ ਥੋੜੇ ਜਿਹੇ ਅਗਰ ਇਹ ਹਿੱਤ ਸਾਈਡ ਤੇ ਰੱਖਣਗੇ, ਆਪਣੇ ਪਰਸਨਲ ਇੰਟਰਸਟ ਸਾਈਡ ਤੇ ਰੱਖਣਗੇ, ਇਕੱਠੇ ਹੋ ਕੇ ਪਾਰਟੀ ਹਾਈ ਕਮਾਂਡ ਦੇ ਨਾਲ ਚਰਚਾ ਕਰਕੇ, ਨਾ ਕਿ ਇੱਕ ਦੂਸਰੇ ਦੇ ਖਿਲਾਫ, ਜਿਵੇਂ ਕਿ ਇੱਕ ਪਾਸੋਂ ਦੇਖਿਆ ਜਾ ਰਿਹਾ ਕਿ ਸਿੱਧੂ ਸਾਹਿਬ ਦੇ ਖਿਲਾਫ ਇੱਕ ਯੋਜਨਾ ਬਣ ਰਹੀ ਹੈ ਵੀ ਇਸ ਬੰਦੇ ਦੀ ਅਨੁਸ਼ਾਸਨਹੀਨਤਾ ਦੇ ਉੱਪਰ ਇਹਨੂੰ ਪਾਰਟੀ ਦੇ ਵਿੱਚੋਂ ਸਾਈਡ ਲਾਈਨ ਕੀਤਾ ਜਾਵੇ। ਔਰ ਇਹ ਅਗਰ ਇਸ ਤਰ੍ਹਾਂ ਦੀ ਰਾਜਨੀਤੀ ਚੱਲੇਗੀ ਤਾਂ ਕਾਂਗਰਸ ਦਾ ਨੁਕਸਾਨ ਉਸੇ ਤਰ੍ਹਾਂ ਹੀ ਹੋਏਗਾ ਜਿਵੇਂ 2022 ਚ ਹੋਇਆ। ਸਿੱਧੂ ਸਾਹਿਬ ਨੂੰ ਪਾਰਟੀ ਤੋਂ ਸਾਈਡ ਲਾਈਨ ਕਰਨ ਦੀ ਬਜਾਏ ਸਿੱਧੂ ਸਾਹਿਬ ਨਾਲ ਬੈਠਕ ਕਰਨੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਇੱਕ ਬੜੇ ਸੁਲਝੇ ਹੋਏ ਔਰ ਬੜੇ ਹੀ ਪਬਲਿਕ ਦੇ ਪਸੰਦੀਦਾ ਲੀਡਰ ਹੈ ਕਾਂਗਰਸ ਦੇ ਵਿੱਚ। ਸ਼ਾਇਦ ਉਸ ਤੋਂ ਬਾਅਦ ਜਿਹੜਾ ਹੈ, ਅਗਰ ਮੈਂ ਇਹ ਗੱਲ ਕਹਾਂ ਕਿ ਸਾਰੀ ਕਾਂਗਰਸ ਵੀ ਹੋਵੇ ਤਾਂ ਉਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਸਿੱਧੂ ਸਾਹਿਬ ਨੂੰ ਇੱਕਦਮ ਕਾਂਗਰਸ ਅਗਰ ਸਾਈਡ ਲਾਈਨ ਕਰੇਗੀ ਤਾਂ ਕਾਂਗਰਸ ਦਾ ਇਹਦੇ ਵਿੱਚ ਨੁਕਸਾਨ ਹੋਏਗਾ। ਦੂਸਰੀ ਗੱਲ ਆਈ ਹੈ ਕਿ ਸਿੱਧੂ ਸਾਹਿਬ ਦੀ ਜਿਹੜੀ ਹੈ, सिद्धू साहब के स्टाइल दे विच मैं तुहानू जवाब देना कि कुछ तबीयत ही मिली ऐसी कि चैन से जीने की सूरत ना हुई, जिसको चाहते थे उसे अपना बना ना सके, और जो मिल रहा है उससे मोहब्बत ना हुई। देखो, अगर सिद्धू साहब भी ये सोचते हैं कि वो कांग्रेस तो हट के या कांग्रेस उन्होंने साइड लाइन कर देंदी तो उन्होंने कुछ वजूद रहेगा, ये भी पॉसिबल नहीं है। और अज की डेट दे विच सिद्धू साहब इस कंडीशन विच नहीं है कि किसी होर प्लेटफॉर्म ते जाके आदि लीडरशिप नूं साबित करन और उस दे विच आके पार्टी दे अपना कोई संगठन या किसी होर वड्डे प्लेटफॉर्म दे नाल जुड़ के। दुरुस्त फरमाया। दरअसल नवजोत सिंह सिद्धू दे कोलों ऑप्शंस किन्नियां बचियां ने हुण पिछे, जे वो कांग्रेस तो बिल्कुल लांबे हो जांदे ने या कांग्रेस उन्हां नूं कर दिंदी है ਤਾਂ ਫਿਰ ਪੋਲੀਟੀਕਲ ਤੌਰ ਦੇ ਉੱਤੇ ਕਿਸੇ ਹੋਰ ਜਮਾਤ ਨੂੰ ਜਾ ਕੇ ਜੁਆਇਨ ਕਰਨਾ ਤਾਂ ਬਹੁਤ ਜ਼ਿਆਦਾ ਮੁਮਕਿਨ ਨਜ਼ਰ ਨਹੀਂ ਆ ਰਿਹਾ ਨਵਜੋਤ ਸਿੰਘ ਸਿੱਧੂ ਦੇ ਲਈ। ਆਮ ਆਦਮੀ ਪਾਰਟੀ ਜਾਂ ਬੀਜੇਪੀ, ਅਕਾਲੀ ਦਲ ਤਾਂ ਬਹੁਤ ਤਲਖ ਰਿਸ਼ਤੇ ਉਹਨਾਂ ਦੇ ਨਾਲ ਰਹੇ ਨੇ। ਪਰ ਪੁਆਇੰਟ ਇਹ ਹੈ ਕਿ ਸਿੱਧੂ ਦੇ ਲਈ ਇਹ ਕਾਂਗਰਸ ਦੇ ਅੰਦਰ ਸਭ ਤੋਂ ਮੁਸ਼ਕਿਲ ਦੌਰ ਹੈ ਜਦੋਂ ਸਿੱਧੂ ਬਿਲਕੁਲ ਵੱਖਰੇ ਨੇ। ਕੈਪਟਨ ਦਾ ਪੂਰਾ ਉਹ ਘਟਨਾਕ੍ਰਮ ਆਪਾਂ ਨੂੰ ਯਾਦ ਹੈ। ਛਾਬੜਾ ਸਾਹਿਬ, ਜਦੋਂ ਕੈਪਟਨ ਦੇ ਖਿਲਾਫ ਸਿੱਧੂ ਨੇ ਝੰਡਾ ਬੁਲੰਦ ਕੀਤਾ, ਉਸ ਸਮੇਂ ਸਿੱਧੂ ਦੇ ਨਾਲ ਬਹੁਤ ਸਾਰੇ ਚਿਹਰੇ ਸੀ, ਸਿੱਧੂ ਦੇ ਨਾਲ ਬਹੁਤ ਸਾਰੇ ਆਗੂ ਸੀ, ਪਰ ਅੱਜ ਸਿੱਧੂ ਲੱਗ ਰਿਹਾ ਜਿਵੇਂ ਇਕੱਲੇ ਬਹਿ ਗਏ।
ਅੱਜ ਦੀ ਡੇਟ ਦੇ ਵਿੱਚ ਸਿੱਧੂ ਸਾਹਿਬ ਬਿਲਕੁਲ ਇਕੱਲੇ ਨਹੀਂ ਹੈਗੇ ਜੀ। ਇਕੱਲੇ ਉਹਨਾਂ ਦੇ ਨਾਲ ਹੈਗਾ ਕਾਰਜਕਰਤਾ, ਲੀਡਰਸ਼ਿਪ ਜਾਂ ਵੱਡੇ ਚਿਹਰੇ ਬੇਸ਼ੱਕ ਉਹਨਾਂ ਦੇ ਨਾਲ ਨਹੀਂ ਹੈ, ਲੇਕਿਨ ਸਿੱਧੂ ਸਾਹਿਬ ਦੀ ਅਸੀਂ ਰੈਲੀ ਦੇਖੀਏ, ਕੋਈ ਉਸ ਰੈਲੀ ਨੂੰ ਅਸੀਂ ਕੋਈ ਕਮਜ਼ੋਰ ਰੈਲੀ ਨਹੀਂ ਕਹਿ ਸਕਦੇ ਸੀ। ਠੀਕ ਰੈਲੀ ਰਹੀ ਹੈ, ਔਰ ਰਿਜ਼ਲਟ ਉਹਨਾਂ ਨੇ ਜਿੰਨੀ ਕੋ ਮਿਹਨਤ ਕੀਤੀ ਉਸ ਹਿਸਾਬ ਨਾਲ ਉਹਨਾਂ ਨੂੰ ਠੀਕ ਮਿਲਿਆ ਰਿਜ਼ਲਟ। ਠੀਕ ਹੈ, ਲੇਕਿਨ ਮੈਂ ਜਿਹੜੀ ਗੱਲ ਕਹਿ ਰਿਹਾ, ਮੈਂ ਕਹਿ ਰਿਹਾ ਵੀ ਸਿੱਧੂ ਸਾਹਿਬ ਨੂੰ ਥੋੜਾ ਜਿਹਾ ਆਪਣੇ ਹਿੱਤਾਂ ਨੂੰ ਸਾਈਡ ਤੇ ਰੱਖ ਕੇ ਅਗਰ ਪਾਰਟੀ ਸੰਗਠਨ ਦੇ ਵਿੱਚ ਰਹਿ ਕੇ ਸੰਗਠਨ ਦੇ ਵਾਸਤੇ ਕੰਮ ਕਰਨਾ ਚਾਹੁੰਦੇ ਹੈ ਤਾਂ ਸਿੱਧੂ ਸਾਹਿਬ ਨੂੰ ਆਪਣੇ ਹਿੱਤ ਸਾਈਡ ਰੱਖ ਕੇ ਔਰ ਦੂਸਰੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੂੰ ਵੀ ਇਹ ਸੋਚਣਾ ਪਏਗਾ ਵੀ ਸਿੱਧੂ ਤੋਂ ਬਿਨਾਂ ਅਗਰ ਅਸੀਂ ਇਲੈਕਸ਼ਨ ਲੜਦੇ ਆ ਤੇ ਸਾਡਾ ਜਿਹੜਾ ਹੈ ਨੁਕਸਾਨ ਹੀ ਹੋਏਗਾ, ਉਹਦਾ ਫਾਇਦਾ ਨਹੀਂ ਹੋ ਸਕਦਾ। ਠੀਕ ਹੈ, ਮਤਲਬ ਮੈਂ ਤੁਹਾਡੀ ਗੱਲ ਤੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਪੰਜਾਬ ਕਾਂਗਰਸ ਸਿੱਧੂ ਨੂੰ ਮਾਈਨਸ ਕਰਕੇ ਫਿਲਹਾਲ ਤੁਹਾਨੂੰ ਕੋਈ ਬਹੁਤੀ ਤਕੜੀ ਨਜ਼ਰ ਨਹੀਂ ਆ ਰਹੀ ਕਿ ਜੇ ਸਿੱਧੂ ਨੂੰ ਮਾਈਨਸ ਕਰ ਦਿੱਤਾ ਜਾਵੇ। ਬਿਲਕੁਲ, ਕਿਉਂਕਿ ਦੂਸਰੇ ਪਾਸੇ ਦੇਖੋ, ਗੱਲ ਸੁਣੋ, ਬੇਸ਼ੱਕ ਪੰਜਾਬ ਦੇ ਵਿੱਚ ਅਸੀਂ ਕਹਿ ਦਿੰਦੇ ਆ ਕਿ ਬੀਜੇਪੀ ਦਾ ਐਡਾ ਵਜੂਦ ਨਹੀਂ ਹੈ, ਲੇਕਿਨ ਮੋਦੀ ਨਾਮ ਜਿਹੜਾ ਹੈ ਨਾ ਜੀ, ਉਹਨੂੰ ਅਸੀਂ ਪੰਜਾਬ ਦੇ ਵਿੱਚ ਕਮਜ਼ੋਰ ਵੀ ਨਹੀਂ ਮੰਨ ਸਕਦੇ। ਬੇਸ਼ੱਕ ਅੱਜ ਦੀ ਡੇਟ ਦੇ ਵਿੱਚ ਅਸੀਂ ਅਗਰ ਇਹ ਕਹੀਏ ਕਿ ਮੋਦੀ ਜਾਂ ਬੀਜੇਪੀ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੈ, ਐਸੀ ਗੱਲ ਵੀ ਨਹੀਂ ਹੈ। ਬੜੀਆਂ ਸੀਟਾਂ ਐਸੀਆਂ ਜਿਨ੍ਹਾਂ ਦੇ ਉੱਪਰ ਅਗਰ ਆਪਾਂ ਫਿਰ ਕਿਸੇ ਦਿਨ ਚਰਚਾ ਕਰ ਲਾਂਗੇ, ਬਹੁਤ ਸਾਰੀਆਂ ਸੀਟਾਂ ਐਸੀਆਂ ਕਿ ਜਿਨ੍ਹਾਂ ਦੇ ਵਿੱਚ, ਕਿਉਂਕਿ ਇਹ ਮੋਦੀ ਟੀਮ ਹੈ ਸਰ, ਇਹ ਮੋਦੀ ਟੀਮ ਹੈ, ਇਹ ਉਹ ਬੀਜੇਪੀ ਨਹੀਂ ਹੈ ਜਿਹੜੀ ਅਟਲ ਬਿਹਾਰੀ ਵਾਜਪਾਈ ਤੱਕ ਰਹੀ ਸੀ। ਇਹ ਪੂਰੀ ਪਲੈਨਿੰਗ ਕਰਨਾ ਜਾਣਦੇ ਆ, ਪੂਰਾ ਕੰਮ ਕਰਨਾ ਜਾਣਦੇ ਆ, ਪ੍ਰੋਫੈਸ਼ਨਲ ਤਰੀਕੇ ਨਾਲ ਰਾਜਨੀਤੀ ਕਰਦੇ ਆ। ਔਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੀਜੇਪੀ ਨੇ 2022 ਦੇ ਵਿੱਚ ਜਿਹੜਾ ਅਕਾਲੀ ਦਲ ਤੋਂ ਅਲੱਗ ਹੋ ਕੇ ਚੁਣਾਵ ਲੜਿਆ ਸੀ, ਬੀਜੇਪੀ ਪਿੰਡ ਪਿੰਡ ਤੱਕ ਪਹੁੰਚ ਚੁੱਕੀ ਹੈ, ਬੂਥ ਬੂਥ ਤੱਕ ਪਹੁੰਚ ਚੁੱਕੀ ਹੈ। ਬੀਜੇਪੀ ਨੂੰ ਕਮਜ਼ੋਰ ਸਮਝਣਾ ਇਹ ਸਭ ਤੋਂ ਚਲੋ ਮੈਂ ਇੱਕ ਹੋਰ ਸਵਾਲ, ਉਸ ਤੋਂ ਬਾਅਦ ਮੈਂ ਰਵੀ ਦਾ ਆਪਣੇ ਸਹਿਯੋਗੀ ਦਾ ਰੁਖ ਕਰਾਂਗਾ। ਕਾਂਗਰਸ ਦਾ ਕਲੇਸ਼ ਕਿਸ ਦੀ ਰਾਹ ਨੂੰ ਆਸਾਨ ਕਰ ਰਿਹਾ ਹੈ ਸਪੈਸੀਫਿਕਲੀ ਪੰਜਾਬ ਦੇ ਵਿੱਚ? ਨੋ ਡਾਊਟ ਇਹਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਇਹਦਾ ਬੈਨੀਫਿਟ ਮਿਲੇਗਾ, ਔਰ ਦੂਸਰੇ ਪਾਸੋਂ ਅਗਰ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋ ਜਾਂਦੇ ਤਾਂ ਉਹਨਾਂ ਨੂੰ ਵੀ ਇਹਦਾ ਜਿਹੜਾ ਹੈ ਬੈਨੀਫਿਟ ਮਿਲੇਗਾ ਆਮ ਆਦਮੀ ਪਾਰਟੀ ਨਾਲ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਐਂਟੀ ਇਨਕੰਬੈਂਸੀ ਦੀ ਪੋਜੀਸ਼ਨ ਜਿਹੜੀ ਹੈ ਉਹ ਬਣੀ ਹੋਈ ਹੈ, ਔਰ ਅਗਰ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੁੰਦੇ ਆ ਤਾਂ ਕਲੀਨ ਸਵੀਪ ਵੀ ਕਰ ਸਕਦੇ। ठीक है, मैं एक बार रवि का रुख कर दें। रवि, बहुत चर्चा हो रही है, हम जो हमारे एक्सपर्ट हैं उनसे भी बात कर रहे हैं और जिक्र नवजोत सिंह सिद्धू का बहुत है। सिद्धू जब आए तो उनकी बॉडी लैंग्वेज कुछ बोल रही थी? कि देखिए, जिस तरीके से नवजोत सिंह सिद्धू जब दिल्ली पहुंचते हैं और इससे पहले की दौरे की बात करें तो एक सकारात्मक बॉडी लैंग्वेज हमेशा सिद्धू साहब का देखने को मिला है। उनका एक गुड जेस्चर टुवर्ड्स मीडिया देखने को मिला है। मगर आज की जैसी बॉडी लैंग्वेज की बात करें तो शांत बैठे हुए थे, फ्रंट सीट पे बैठे हुए थे और सीधा वो कांग्रेस मुख्यालय में चले गए। मगर बात करें प्रताप सिंह बाजवा की तो उन्होंने गाड़ी से उतरे, वॉक करते हुए अंदर गए, उनसे कुछ दो सवाल पूछे गए कि सर अनुशासन को लेकर आज सवाल पूछे जा सकते हैं। उन्होंने कहा कि हम सब अनुशासन में हैं, बाकी बातों का जवाब मैं बैठक के बाद दूंगा। तो ये दोनों बॉडी लैंग्वेज की बात जैसा आपने कही तो वो कुछ इस हिसाब से यहाँ पर देखने को मिली। ठीक है, और जो स्टेटमेंट जिस तरीके से राजा वड़िंग की तरफ से दी गई रवि, उसके बहुत सारे मायने निकाले जा रहे हैं। आपके पास आपके सोर्सेज क्या कह रहे हैं, वो थोड़ा समझना चाहेंगे कि इस पूरी मीटिंग में फोकस क्या इस पूरे विवाद के ऊपर है या फिर कोई सीट शेयरिंग का फॉर्मूला भी निकल सकता है? देखिए, हमें समझना होगा कि आज जो ये बैठक हो रही है उसमें जो देवेंद्र यादव हैं प्रभारी नियुक्त किए गए हैं, उनके साथ तमाम नेताओं की ये पहली बैठक है। इससे पहले हरीश चौधरी थे, वो तमाम लोगों को व्यक्तिगत रूप से भी जानते थे और काफी लंबे समय से काम भी कर रहे थे, तो अंडरस्टैंडिंग और कोऑर्डिनेशन देखने को जो वो काफी अच्छी थी। मगर अब बात करें तो देवेंद्र यादव के साथ बाकी पंजाब का जो लीडरशिप है उनके साथ कैसा मतलब कोऑर्डिनेशन रहेगा, कैसी बातचीत रहेगी और एक टीम की तरह हमें आगे उनको काम करना होगा। मगर जिस तरीके से आज ये बैठक हो रही है उसमें तमाम मुद्दे यहाँ पे डिस्कस होने वाले हैं। सीट किस तरीके से शेयरिंग होगी उसको लेकर यहाँ पे सबसे अहम मुद्दा यहाँ पे आज उठने वाला है, जो कि साफ तौर पे राजा वड़िंग ने ये कहा कि हम आला कमान की बात मान रहे हैं। उन्होंने कहा कि 13 सीट पे मेहनत करो और फिलहाल अभी सीट शेयरिंग को लेकर कोई बातचीत नहीं हुई है। अगर सीट शेयरिंग की बात होती है तो फॉर्मूला क्या होगा, ये सबसे अहम सवाल है। क्योंकि 13 लोकसभा सीट हैं, उसमें कांग्रेस की सीटें ज्यादा हैं, कांग्रेस कई लोकसभा सीट पे काफी मजबूत है। ऐसे में अलायंस करना कहीं ना कहीं कांग्रेस का जो अस्तित्व है उस लोकसभा सीट पर वो कहीं ना कहीं खतरे में होगा, नुकसान हो सकता है। ग्राउंड लेवल पे देखें तो इसका खामियाजा भुगतना पड़ सकता है, ब्लॉक लेवल बूथ लेवल पे भी इसका खामियाजा भुगतना पड़ सकता है। ऐसे में आला कमान अगर ये निर्णय लेता है कि राज्य स्तर पर यह अलायंस होगा तो इसके क्या ड्रॉबैक होंगे, इसकी कहीं ना कहीं चिंता
पंजाब कांग्रेस के नेताओं को समझ में आ रही है और इस बैठक में उन तमाम मुद्दों को ये उजागर करते हुए नजर आएंगे और आलाकमान के समक्ष रखते हुए भी नजर आएंगे। जी गौरव, देखिए 2019 के आंकड़ों पर अगर हम नजर डालें रवि, तो एक चीज तो बहुत क्लियर है कि उस समय ਜਿਹੜੀਆਂ ਇਲੈਕਸ਼ਨਸ ਹੋਈਆਂ और ਨਤੀਜੇ ਆਏ ਉਸ ਸਮੇਂ ਕਾਂਗਰਸ ਬਹੁਤ ਮਜ਼ਬੂਤ ਨਜ਼ਰ ਆਈ। 13 ਦੇ ਵਿੱਚੋਂ 8 ਸੀਟਾਂ ਕਾਂਗਰਸ ਜਿੱਤਣ ਦੇ ਵਿੱਚ ਕਾਮਯਾਬ 2019 ਦੇ ਵਿੱਚ ਰਹੀ ਸੀ। ਜਲੰਧਰ ਦੀ ਸੀਟ ਹਾਲਾਂਕਿ ਬਾਈਪੋਲ ਇਲੈਕਸ਼ਨ ਦੇ ਵਿੱਚ ਉਹ ਹਾਰ ਗਏ, ਪਰ ਗੱਲ ਇਹ ਹੈ ਕਿ ਉਸ ਤੋਂ ਬਾਅਦ ਸਮੀਕਰਨ ਤਾਂ ਥੋੜੇ ਜਿਹੇ ਬਦਲੇ ਨੇ। ਆਮ ਆਦਮੀ ਪਾਰਟੀ ਉਸ ਸਮੇਂ ਬੇਸ਼ੱਕ ਇੱਕੋ ਸੀਟ ਜਿੱਤੀ ਸੰਗਰੂਰ ਵਾਲੀ, ਪਰ 2022 ਦੇ ਇਲੈਕਸ਼ਨ ਦੇ ਵਿੱਚ ਆ ਕੇ ਉਹ ਕਿੰਨੀ ਮਜ਼ਬੂਤ ਦਿਖੀ, 92 ਸੀਟਾਂ ਦੇ ਨਾਲ ਉਹ ਸਭ ਦੇ ਸਾਹਮਣੇ ਹੈ। ਪ੍ਰਮੋਦ ਜੀ, ਕਿ ਇਸ ਮੰਥਨ ਨੂੰ ਇਸ ਤਰੀਕੇ ਨਾਲ ਵੀ ਸਮਝਿਆ ਜਾਵੇ ਕਿ ਹਾਈਕਮਾਨ ਪੰਜਾਬ ਲੀਡਰਾਂ ਨੂੰ ਬੁਲਾ ਕੇ ਦੱਸਣਾ ਚਾਹੁੰਦੀ ਹੈ ਕਿ ਅਸੀਂ ਸੀਟ ਸ਼ੇਅਰਿੰਗ ਕਰਨ ਜਾ ਰਹੇ ਹਾਂ, ਕਿ ਪੋਸਿਬਿਲਿਟੀ ਪੰਜਾਬ ਦੇ ਵਿੱਚ ਨਜ਼ਰ ਆਉਂਦੀ ਹੈ ਕਿ ਕੁਝ ਸੀਟਾਂ ਤੇ ਆਮ ਆਦਮੀ ਪਾਰਟੀ ਤੇ ਕੁਝ ਸੀਟਾਂ ਦੇ ਉੱਤੇ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਲੜਦੇ ਹੋਏ ਨਜ਼ਰ ਆਉਣ? ਦੇਖੋ ਗੌਰਵ ਜੀ, ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਅਗਰ ਇਹ ਅਲਾਈਅੰਸ ਹੁੰਦਾ ਹੈ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਅਲਾਈਅੰਸ, ਤਾਂ ਚਲੋ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਦਾ ਹੋਇਆ ਹੈ। ਅਗਰ ਪੰਜਾਬ ਦੇ ਵਿੱਚ ਵੀ ਇਹ ਸੀਟਾਂ ਸ਼ੇਅਰ ਕਰਕੇ ਇਹ ਚੁਣਾਵ ਲੜਦੇ ਹੈ ਤੇ ਇਹਦੇ ਚ ਨੁਕਸਾਨ ਕਿਤੇ ਨਾ ਕਿਤੇ ਕਾਂਗਰਸ ਨੂੰ ਹੀ ਉਠਾਉਣਾ ਪਏਗਾ। ਰੀਜ਼ਨ ਇਹ ਕਿ ਕਾਂਗਰਸ ਦੇ ਬਹੁਤ ਵੱਡੇ ਕਦਾਵਰ ਲੀਡਰ ਜਿਹੜੇ ਹੈ ਵਿਜੀਲੈਂਸ ਦੇ ਜ਼ਰੀਏ ਜਾਂ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਉੱਪਰ ਕਰਪਸ਼ਨ ਦੇ ਕੇਸ ਬਣਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ। ਤਾਂ ਕਾਂਗਰਸ ਦਾ ਜਿਹੜਾ ਕਾਰਜਕਰਤਾ ਹੈ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਪ੍ਰਤੀ ਅੱਜ ਦੀ ਡੇਟ ਦੇ ਵਿੱਚ ਹਮਦਰਦੀ ਰੱਖਦਾ ਹੈ ਕਿ ਸਾਡੇ ਲੀਡਰ ਜਿਹੜੇ ਹੈ ਉਹ ਕਰਪਸ਼ਨ ਦੇ ਕੇਸ ਦੇ ਵਿੱਚ ਅੰਦਰ ਕੀਤੇ ਗਏ ਆ, ਇੱਕ ਤਰ੍ਹਾਂ ਦਾ ਦੁਸ਼ਮਣੀ ਦੇ ਭਾਵ ਦੇ ਨਾਲ। ਔਰ ਅਗਰ ਕਾਂਗਰਸ ਫਿਰ ਵੀ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਕੀਤੀ ਤਾਂ ਉਹ ਵਾਲਾ ਜਿਹੜਾ ਵਰਕਰ ਹੈ ਜਿਹੜਾ ਇਹ ਸੋਚ ਰਿਹਾ ਹੈ ਕਿ ਅਗਰ ਵਕਤ ਆਇਆ ਤੇ ਅਸੀਂ ਬਦਲਾ ਲਾਂਗੇ, ਉਹ ਵਰਕਰ ਜਿਹੜਾ ਹੈ ਉਹ ਵਰਕਰ ਕਾਂਗਰਸ ਦਾ ਨਿਰਾਸ਼ ਹੋਵੇਗਾ। ਇਹ ਮੈਂ ਤੁਹਾਨੂੰ ਬੜੀ ਅੰਦਰ ਦੀ ਗੱਲ ਦੱਸਦਾ। ਆਮ ਆਦਮੀ ਪਾਰਟੀ ਦੇ ਨਾਲ ਵੀ ਹੋਏਗਾ ਨਾ, ਕਿ ਆਮ ਆਦਮੀ ਪਾਰਟੀ ਜਿਹੜੀਆਂ 92 ਸੀਟਾਂ ਜਿੱਤ ਕੇ ਪਹੁੰਚੀ ਹੋਈ ਹੈ ਉਹਨਾਂ ਦੇ ਵਰਕਰਾਂ ਨੂੰ ਤਾਂ ਬਹੁਤ ਉਮੀਦ ਹੋਏਗੀ ਕਿ ਅਸੀਂ ਤਾਂ 13 ਦੀਆਂ 13 ਸੀਟਾਂ ਜਿੱਤ ਸਕਦੇ ਹਾਂ, ਜਿਸ ਤਰੀਕੇ ਨਾਲ ਸਾਨੂੰ ਖਾਸ ਤੌਰ ਤੇ ਮਾਲਵੇ ਦੇ ਵਿੱਚ ਸਪੋਰਟ ਮਿਲੀ ਹੈ। ਮੈਂ ਸਰ ਉੱਥੇ ਹੀ ਆ ਰਿਹਾ, ਮੈਂ ਉਹੀ ਕਹਿ ਰਿਹਾ ਨਾ ਵੀ ਉਹੀ ਉਸੇ ਪਾਸੋਂ ਅਗਰ ਦੂਜੇ ਆਮ ਆਦਮੀ ਪਾਰਟੀ ਦੇ ਪੰਨੇ ਤੋਂ ਸੋਚਿਆ ਜਾਵੇ ਕਿ ਆਮ ਆਦਮੀ ਪਾਰਟੀ ਦਾ ਵਰਕਰ ਕੀ ਸੋਚਦਾ, ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦਾ ਵਰਕਰ ਜਿਹੜਾ ਹੈ ਉਹ ਥੋੜਾ ਜਿਹਾ ਨਿਰਾਸ਼ਾ ਦੇ ਵਿੱਚ ਹੈ ਆਪਣੀ ਪਾਰਟੀ ਤੋਂ, ਆਪਣੀ ਲੀਡਰਸ਼ਿਪ ਤੋਂ। ਲੇਕਿਨ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਜਿਵੇਂ ਘੋਸ਼ਣਾਵਾਂ ਕਰਦੇ ਆ ਔਰ ਜੋ ਪਲੈਨਿੰਗਸ ਕਰਦੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਈ ਚੀਜ਼ਾਂ ਇਹ ਡਿਸਟ੍ਰੀਬਿਊਟ ਕਰਨਗੇ, ਉਹਦੇ ਕਰਕੇ ਜਿਹੜੀ ਹੈ ਪਬਲਿਕ ਥੋੜੀ ਜਿਹੜੀ ਹੈ ਉਹ ਇਹਨਾਂ ਦੇ ਨਾਲ ਜੁੜਦੀ ਨਜ਼ਰ ਆਏਗੀ। ਔਰ ਕਾਂਗਰਸ, ਕਿਉਂਕਿ ਕਾਂਗਰਸ ਦੀ ਫੁੱਟ ਹੈ, ਕਾਂਗਰਸ ਦੇ ਆਪਸੀ ਜਿਹੜੇ ਹੈ ਤੂੰ ਮੈਂ ਚੱਲ ਰਹੀ ਹੈ, ਉਹਦਾ ਜਿਹੜਾ ਹੈ ਫਾਇਦਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਮਿਲੇਗਾ। ਇਸ ਕਰਕੇ ਕਾਂਗਰਸ ਅਗਰ ਇਹਨਾਂ ਨਾਲ ਅਲਾਈਅੰਸ ਕਰਕੇ ਚੱਲਦੀ ਤਾਂ ਇਹਦਾ ਨੁਕਸਾਨ ਕਾਂਗਰਸ ਨੂੰ ਹੋਏਗਾ, ਆਮ ਆਦਮੀ ਪਾਰਟੀ ਨੂੰ ਲੰਬਾ ਚੌੜਾ ਦਾ ਨੁਕਸਾਨ ਨਹੀਂ ਹੁੰਦਾ। चलो शुक्रिया सर, बहुत बहुत धन्यवाद साडे नाल जुड़न दे लई, इस पूरी गलबात दे विच शामिल होण दे लई। रवि, आपका भी धन्यवाद हमारे साथ जुड़ने के लिए। तो इस पूरे मंथन दे विचाले एक चीज नूं तां समझो कि अजे 24 बेशक ਆਪਾਂ ਨੂੰ ਲੱਗ ਰਿਹਾ ਕਿ 2-3-4 ਮਹੀਨਿਆਂ ਦੇ ਵਿੱਚ ਇਲੈਕਸ਼ਨ ਸਭ ਦੇ ਸਾਹਮਣੇ ਹੋਣਗੇ। ਉਮੀਦ ਹੈ ਕਿ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਜਿਹੜੇ ਅਨਾਉਂਸਮੈਂਟ 2024 ਦੇ ਵਿੱਚ ਹੋ ਵੀ ਜਾਏਗੀ ਕਿ ਕਦੋਂ ਕਿੱਥੇ ਵੋਟਾਂ ਪੈਣੀਆਂ ਨੇ, ਪਰ ਫਿਰ ਵੀ 2-2.5-3 ਮਹੀਨੇ 4 ਮਹੀਨੇ ਦਾ ਸਮਾਂ ਬਾਕੀ ਹੈ। ਇਸ ਕਰਕੇ ਸਮੀਕਰਨ ਆਪਾਂ ਨੂੰ ਬਣਦੇ ਵਿਗੜਦੇ ਹੋਏ ਪੰਜਾਬ ਦੇ ਵਿੱਚ ਨਜ਼ਰ ਆ ਸਕਦੇ ਨੇ। ਜਿਵੇਂ ਪ੍ਰਮੋਦ ਜੀ ਜ਼ਿਕਰ ਕਰ ਰਹੇ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਸਰਕਾਰ ਕੁਝ ਐਲਾਨ ਕਰ ਸਕਦੀ ਹੈ, ਉਸ ਦਾ ਪ੍ਰਭਾਵ ਨਜ਼ਰ ਆ ਸਕਦਾ ਹੈ। ਪਰ ਇਸ ਸਭ ਦੇ ਵਿਚਾਲੇ ਗੜਜੋੜ ਜਿਹੜੇ ਹੈਗੇ ਨੇ ਨੈਸ਼ਨਲ ਪੱਧਰ ਦੇ ਉੱਤੇ ਜੋ ਬਣਿਆ, ਉਸ ਦਾ ਅਸਰ ਪੰਜਾਬ 'ਚ ਵੀ ਨਜ਼ਰ ਆ ਸਕਦਾ ਹੈ। ਸੀਟ ਸ਼ੇਅਰਿੰਗ ਵੀ ਹੋ ਸਕਦੀ ਹੈ, ਪੋਸਿਬਿਲਿਟੀ ਹੈ। ਹਾਂ, ਇਹ ਵੀ ਹੋ ਸਕਦਾ ਹੈ ਕਿ 13 ਸੀਟਾਂ ਦੇ ਉੱਤੇ ਦੋਵੇਂ ਪਾਰਟੀਆਂ ਲੜਦੀਆਂ ਹੋਈਆਂ ਨਜ਼ਰ ਆਉਣ, ਕਾਂਗਰਸ ਤੇ ਆਮ ਆਦਮੀ ਪਾਰਟੀ। ਦੂਜੇ ਪਾਸੇ ਸਮੀਕਰਨ ਬੀਜੇਪੀ ਤੇ ਅਕਾਲੀ ਦਲ ਵਾਲਾ ਵੀ ਬਣਦਾ ਵਿਗੜਦਾ ਨਜ਼ਰ ਆ ਸਕਦਾ ਹੈ। ਫਿਲਹਾਲ ਸਥਿਤੀ ਚਾਰਾਂ ਦੀ ਵੱਖੋ ਵੱਖਰੇ ਵਾਲੀ ਹੈ। ਹੁਣ ਪੁਆਇੰਟ ਨੰਬਰ 2 ਕਿ ਕਾਂਗਰਸ ਦਾ ਕਲੇਸ਼ ਜੇਕਰ ਇਸ ਤਰੀਕੇ ਨਾਲ ਹੀ ਰਿਹਾ ਤੇ ਹਾਈ ਕਮਾਨ ਦੀ ਕੋਈ ਗੁੜਤੀ ਜਾਂ ਟੌਨਿਕ ਕੰਮ ਨਹੀਂ ਕਰਕੇ ਗਿਆ ਤਾਂ ਫਿਰ ਵੀ ਦਿੱਕਤ ਹੋਏਗੀ।